ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। 47 ਦੀ ਵੰਡ 'ਚ ਸਾਡਾ ਸੰਤਾਪ ਵੱਧ ਤੋਂ ਵੱਧ ਭੋਗਿਆ ਹੋਵੇ। ਜਿੱਥੇ ਪ੍ਰੋਜੈਕਟਾਂ ਦੀ ਲੋੜ ਹੋਵੇ ਉੱਥੇ ਸਾਡੇ ਨਾਲ ਧੱਕੇ ਕਰ ਦਿੱਤੇ ਜਾਣ। ਇਹ ਜਿਹੜਾ ਆ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੀ ਸ਼ਹਾਦਤ ਕਰਕੇ ਅੱਜ ਸਾਰਾ ਹਿੰਦੁਸਤਾਨ ਬਚਿਆ ਆ, ਉਹਨਾਂ ਨੂੰ ਸਮਰਪਿਤ ਹੋ ਕੇ ਇਹ ਹਾਈਵੇ ਉਹਨਾਂ ਦੇ ਕਰਕੇ ਤੁਸੀਂ ਸਾਨੂੰ ਟਪਾ ਦਿਓ ਕਿ ਜੇ ਧੱਕਾ ਕਰਨਗੇ ਫਿਰ ਹਰ ਤਰ੍ਹਾਂ ਦੀ ਲੋਕਤੰਤਰ ਤਰੀਕੇ ਦੇ ਨਾਲ ਲੜਾਈ ਜਿਹੜੀ ਹੈ, ਚਾਹੇ ਪਾਰਲੀਮੈਂਟ ਦੇ ਅੰਦਰ ਹੋਵੇ ਤੇ ਚਾਹੇ ਬਾਹਰ ਹੋਵੇ, ਇਹ ਨਿਰੰਤਰ ਜਾਰੀ ਰਹੂਗੀ। ਦਿੱਲੀ ਤੋਂ ਅੰਮ੍ਰਿਤਸਰ ਨੂੰ ਜਿਹੜਾ ਪ੍ਰੋਜੈਕਟ ਐਕਸਪ੍ਰੈਸਵੇ ਜਾਣਾ ਸੀ ਉਹ ਹੁਣ ਕਟੜੇ ਨੂੰ ਜਾਏਗਾ ਤੇ ਅੰਮ੍ਰਿਤਸਰ ਤੋਂ ਬਾਹਰੋਂ-ਬਾਹਰ ਹੋ ਕੇ ਜਾਏਗਾ। ਇਸ ਤਰ੍ਹਾਂ ਦਾ ਕਾਫੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਇਸ ਸਾਰੀਆਂ ਚੀਜ਼ਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਔਜਲਾ ਅੱਜ ਦਿੱਲੀ ਪਹੁੰਚੇ ਨੇ। ਦਿੱਲੀ ਦੇ ਵਿੱਚ ਕਾਫੀ ਮੰਤਰੀਆਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇੱਕ ਵੱਡਾ ਐਲਾਨ ਵੀ ਇਹਨਾਂ ਵੱਲੋਂ ਕੀਤਾ ਜਾ ਰਿਹਾ ਕਿ ਨਹੀਂ ਅਗਰ ਕੁਛ ਹੋਏ ਤਾਂ ਮੈਂ ਇੱਥੇ ਧਰਨੇ ਤੇ ਬਹਿ ਜਾਣਾ। ਗੱਲਬਾਤ ਕਰਾਂਗੇ। ਔਜਲਾ ਸਾਹਿਬ ਦਿੱਲੀ ਪਹੁੰਚੇ ਹੋ, ਮੁਲਾਕਾਤ ਹੋਈ ਕਿਸੇ ਨਾਲ? ਦੇਖੋ, ਮੁਲਾਕਾਤ ਮੈਂ ਸਾਰਿਆਂ ਨੂੰ ਰਿਕੁਐਸਟ ਕੀਤੀ ਹੈ। ਅਜੇ ਤੱਕ ਟਾਈਮ PM ਸਾਹਿਬ ਤੋਂ ਰਿਕੁਐਸਟ ਕਰਕੇ ਮੰਗਿਆ ਹੈ। ਗਡਕਰੀ ਸਾਹਿਬ ਇੱਥੇ ਨਹੀਂ ਹੈਗੇ। ਹਰਦੀਪ ਪੁਰੀ ਜੀ ਨੂੰ 3-4 ਦਿਨ ਕਿਉਂਕਿ ਉਹਨਾਂ ਨੇ ਇਲੈਕਸ਼ਨ ਲੜੀ, ਉਹ ਵੀ ਇਨਫਲੂਸ਼ਨ ਮਿਨਿਸਟਰ ਨੇ ਇੱਥੇ, ਉਹਨਾਂ ਦਾ ਪ੍ਰਭਾਵ ਹੈਗਾ। ਓਮ ਬਿਰਲਾ ਜੀ ਨਾਲ ਮੁਲਾਕਾਤ ਹੋਈ ਹੈ ਸਪੀਕਰ ਸਾਹਿਬ ਦੇ ਨਾਲ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਹ ਧੱਕਾ ਅਸੀਂ ਨਹੀਂ ਹੋਣ ਦਿਆਂਗੇ। ਪਰ ਅਫਸੋਸ ਦੀ ਗੱਲ ਇਹ ਹੈ ਕਿ ਦੇਖੋ, ਅੰਮ੍ਰਿਤਸਰ ਦੇ ਨਾਂ ਨੂੰ ਪ੍ਰੋਜੈਕਟ ਬਣਿਆ ਹੋਵੇ, ਦਿੱਲੀ ਅੰਮ੍ਰਿਤਸਰ ਦਾ ਨਾਂ ਦਾ ਐਕਸਪ੍ਰੈਸ-ਵੇ ਸ਼ੁਰੂ ਇੱਥੋਂ ਹੁੰਦਾ ਆ ਕਿ ਦਿੱਲੀ ਤੋਂ ਅੰਮ੍ਰਿਤਸਰ ਐਕਸਪ੍ਰੈਸ-ਵੇ ਚਾਹੀਦਾ। ਸੰਗਤਾਂ ਬਹੁਤ ਜ਼ਿਆਦੀਆਂ ਨੇ, ਵਧਾ ਦਿੱਤਾ ਜਾਵੇ ਕਟੜੇ ਤੱਕ, ਬਹੁਤ ਵਧੀਆ ਗੱਲ, ਕਿਉਂਕਿ ਸਾਂਝੀ ਸੰਗਤ ਜਾਂਦੀ ਹੈ ਜਿਹੜੀ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਨੂੰ ਵੀ ਉੱਥੋਂ ਜਾਂਦੇ ਨੇ। ਪਰ ਜਦੋਂ ਅਮਲੀ ਜਾਮਾ ਪਹਿਨਾਉਣ ਦੀ ਵਾਰੀ ਆਈ ਹੈ ਤੇ ਉਦੋਂ ਅੰਮ੍ਰਿਤਸਰ ਨੂੰ ਤੁਸੀਂ ਬਾਹਰ ਕੱਢ ਕੇ ਤੇ ਸਿੱਧਾ ਜਲੰਧਰ ਦੇ ਲਾਗੋਂ ਕਰਤਾਰਪੁਰ ਜਿਹੜਾ ਫਰਨੀਚਰ ਦੀ ਹੱਬ ਹੈ ਉੱਥੋਂ ਸਿੱਧਾ ਹੀ ਭਲੱਥ ਥਣੀ ਲੈ ਜਾਓ ਕਟੜੇ ਨੂੰ ਕੱਢ ਕੇ ਤੇ ਅੰਮ੍ਰਿਤਸਰ ਨੂੰ ਕਰ ਦਿਓ ਬਾਹਰ। ਇਹ ਤੋਂ ਵੱਡਾ ਧੱਕਾ ਜਿਹੜਾ ਵਾ ਮਤਲਬ ਹੋਰ ਕੋਈ ਨਹੀਂ ਹੋ ਸਕਦਾ ਅੰਮ੍ਰਿਤਸਰ ਦੇ ਨਾਲ, ਕਿਉਂਕਿ ਰਸਤਾ ਜਿਹੜਾ ਹੋਣਾ, ਰਸਤਾ ਬਣਾਉਣਾ ਬਹੁਤ ਨਿਆਮਤ ਦਾ ਕੰਮ ਹੈ, ਬੜਾ ਚੰਗਾ ਕੰਮ ਹੈ, ਪਵਿੱਤਰ ਕੰਮਾਂ 'ਚ ਮੰਨਿਆ ਗਿਆ। ਤੇ ਸਾਨੂੰ ਤਾਂ ਇੱਕੋ ਹੀ ਰੋਡ ਹੈ ਜਿਹੜਾ ਸ਼ੇਰਸ਼ਾਹ ਸੂਰੀ ਦੇ ਮਾਰਗ, ਪਤਾ ਨਹੀਂ ਕਿੰਨੇ ਸੈਂਕੜੇ ਸਾਲ ਪੁਰਾਣਾ ਜਿਹੜਾ ਬਣਿਆ ਸਾਡਾ ਇੱਕ GT ਰੋਡ ਆਉਂਦਾ ਆ, ਤੇ ਉਹਨੂੰ ਹੀ ਵਾਈਡਨਿੰਗ ਕਰਕੇ ਉਹਨੂੰ ਵੱਡਾ ਕਰਕੇ ਹਰ ਵਾਰੀ ਉਹਦੀ ਲਿੰਬਾ ਪੋਚੀ ਕਰਕੇ ਉਹਦੇ 'ਤੇ ਹੀ ਅਸੀਂ ਚੱਲ ਰਹੇ ਹਾਂ। ਤੇ ਇੱਕ ਐਕਸਪ੍ਰੈਸ-ਵੇ ਕਿਉਂਕਿ 2 ਲੱਖ ਦੇ ਕਰੀਬ ਟੂਰਿਸਟ ਅੰਮ੍ਰਿਤਸਰ ਜਾਂਦਾ ਹੈ ਡੇਲੀ, ਤੇ ਮੈਕਸੀਮਮ ਟੂਰਿਸਟ ਬਾਈ ਰੋਡ ਜਾਂਦਾ ਹੈ, ਦਿੱਲੀ ਦੇ ਰਸਤੇ ਰਾਹੀਂ ਹੁੰਦਾ ਹੈ। ਤਾਂ ਉਹਨੂੰ ਧਿਆਨ 'ਚ ਰੱਖਦੇ ਹੋਏ ਬਣਾਇਆ ਗਿਆ ਸੀ ਕਿ ਉਹ 50% ਟੂਰਿਸਟ ਜਿਹੜਾ ਆ ਉਹ ਅੱਗੇ ਕਟੜੇ ਜਾਂਦਾ ਹੈ। ਤਾਂ ਸੋ ਰੀਜ਼ਨ ਤਾਂ ਇਹ ਸੀ। ਹੁਣ ਜਦੋਂ ਫਾਈਨਲ ਦੀ ਵਾਰੀ ਆਈ ਆ ਉਦੋਂ ਜਿਹੜੀਆਂ ਇਹਦੀਆਂ ਅਲਾਈਨਮੈਂਟ ਆ ਉਹ ਚੇਂਜ ਕਰ ਦਿੱਤੀ ਜਾਂਦੀ ਆ ਤੇ ਉਹ ਜਿਹੜੀਆਂ ਪਾਵਰਾਂ ਨੇ, ਐਂਟੀ ਅੰਮ੍ਰਿਤਸਰ ਲੌਬੀ ਕਹਿ ਸਕਦੇ ਆ ਜਾਂ ਐਂਟੀ ਪੰਜਾਬ ਲੌਬੀ ਕਹਿ ਲਓ ਜਾਂ ਐਂਟੀ ਸਿੱਖ ਲੌਬੀ ਕਹਿ ਲਓ, ਕਿਉਂਕਿ ਜਿਹੜਾ ਕੈਪੀਟਲ ਹੈ ਹਰਿਮੰਦਰ ਸਾਹਿਬ ਉਹਦੇ ਨਾਂ ਦੀ ਚੀਜ਼ ਬਣੀ ਹੋਵੇ, ਦੇ ਨਾਂ ਨੂੰ ਸੜਕ ਬਣੀ ਹੋਵੇ ਤੇ ਜੋ ਅੱਜ ਖੁੱਸ ਜੇ, ਤੇ ਮੈਂ ਤਾਂ ਇਹੀ ਕਹੂੰਗਾ ਕਿ ਐਂਟੀ ਸਿੱਖ ਲੌਬੀ ਕੰਮ ਜਿਹੜੀ ਕਰਦੀ ਆ ਜਾਂ ਐਂਟੀ ਹਿਊਮੈਨਿਟੀ ਕਹਿ ਲਓ, ਲੌਬੀ ਕੁਛ ਵੀ ਕਹਿ ਲਓ, ਕਿ ਪੰਜਾਬ ਨੂੰ ਦਰਕਰਾਰ ਕਰਨ ਵਾਲੀ ਲੌਬੀ ਜਿਹੜੀ ਆ ਉਹ ਕੰਮ ਕਰ ਰਹੀ ਹੈ। ਪਾਰਲੀਮੈਂਟ ਸੈਸ਼ਨ ਵੀ ਆਣਾ ਥੋੜੇ ਦਿਨਾਂ 'ਚ, ਹਾਂਜੀ ਕਿੱਦਾਂ ਪਾਰਲੀਮੈਂਟ ਚੱਕੋਗੇ ਜਾਂ ਧਰਨਾ ਉੱਥੇ ਵੀ ਹੋਏਗਾ? ਦੇਖੋ, ਇਹ ਹਰ ਪਲੇਟਫਾਰਮ ਤੇ ਆਵਾਜ਼ ਚੱਕੀ ਜਾਏਗੀ ਜਿੰਨਾ ਚਿਰ ਸਾਨੂੰ ਨਿਆਂ ਨਹੀਂ ਮਿਲਦਾ, ਜਿੰਨਾ ਚਿਰ ਇਹ ਪ੍ਰੋਜੈਕਟ ਜਿਹੜਾ ਅੰਮ੍ਰਿਤਸਰ ਤੱਕ ਨਹੀਂ ਜਾਂਦਾ। ਇਹਦੇ ਲਈ ਹਰ ਤਰ੍ਹਾਂ ਦੀ ਲੜਾਈ, ਚਾਹੇ ਪਾਰਲੀਮੈਂਟ ਦੇ ਅੱਗੇ ਧਰਨਾ ਦੇਣਾ ਪਵੇ, ਚਾਹੇ ਪ੍ਰਾਈਮ ਮਿਨਿਸਟਰ ਦੇ ਅੱਗੇ ਦੇਣਾ ਪਵੇ, ਚਾਹੇ ਕਿਸੇ ਦੇ ਅੱਗੇ ਵੀ ਦੇਣਾ ਪਵੇ, ਅਸੀਂ ਆਪਣੇ ਹੱਕ ਲਈ ਦੇਣਾ ਹੈ। ਪਰ ਮੈਂ ਅਜੇ ਇਸ ਗੱਲ ਤੱਕ ਨਹੀਂ ਜਾ ਰਿਹਾ ਕਿਉਂਕਿ ਮੈਨੂੰ ਅਜੇ ਤੱਕ ਇਹਨਾਂ ਦਾ ਜਵਾਬ ਤਸੱਲੀ ਬਖਸ਼ ਮਿਲ ਜਾਏ ਕਿ ਇਹ ਕਿਸ ਤਰੀਕੇ ਦੇ ਨਾਲ ਇਹ ਸਾਨੂੰ ਬਾਹਰ ਰੱਖ ਰਹੇ। ਸਾਨੂੰ ਸਾਡੀ ਗੱਲ ਸੁਣਨ ਇੱਕ ਪਲੇਟਫਾਰਮ ਤੇ ਆ ਕੇ ਵੀ ਕਿਉਂ ਰੀਜ਼ਨ ਦੇਣ, ਸਾਨੂੰ ਦੱਸਣ ਵੀ ਕੀ ਕਾਰਨ ਆ ਸਾਨੂੰ ਅੰਮ੍ਰਿਤਸਰ ਨੂੰ ਟੱਚ ਨਹੀਂ ਹੋ ਰਿਹਾ, ਕੀ ਕਾਰਨ ਹੈ ਇਹ ਬਿਆਸ ਕ੍ਰੋਸ ਗੋਇੰਦਵਾਲ ਸਾਹਿਬ ਲਾਗੋਂ ਨਹੀਂ ਕਰ ਰਿਹਾ, ਪੈਰਲਲ NH1 ਦੇ ਅੰਮ੍ਰਿਤਸਰ ਕਿਉਂ ਨਹੀਂ ਪਹੁੰਚ ਰਿਹਾ, ਸਾਡੀ ਗੱਲ ਦਾ ਜਵਾਬ ਦੇਣ। ਫਿਰ ਉਸ ਤੋਂ ਬਾਅਦ ਜਿਹੜਾ ਅਗਲੀ ਰਣਨੀਤੀ ਅਸੀਂ ਜ਼ਰੂਰ ਦੱਸਾਂਗੇ। ਪਰ ਮੈਂ ਦੱਸਾਂ ਕਿ ਜੇ ਧੱਕਾ ਕਰਨਗੇ ਫਿਰ ਹਰ ਤਰ੍ਹਾਂ ਦੀ ਲੋਕਤੰਤਰ ਤਰੀਕੇ ਦੇ ਨਾਲ ਲੜਾਈ ਜਿਹੜੀ ਹੈ, ਚਾਹੇ ਪਾਰਲੀਮੈਂਟ ਦੇ ਅੰਦਰ ਹੋਵੇ ਤੇ ਚਾਹੇ ਬਾਹਰ ਹੋਵੇ, ਇਹ ਨਿਰੰਤਰ ਜਾਰੀ ਰਹੂਗੀ। ਔਰ ਮੈਂ ਹੋਰ ਵੀ ਮੰਗ ਕਰਦਾ ਹਾਂ ਮੇਰੀ, ਤੇ ਮੈਂ PM ਸਾਹਿਬ ਨੂੰ ਜਿੱਦਣ ਵੀ ਮਿਲਿਆ ਜਾਂ ਗਡਕਰੀ ਸਾਹਿਬ ਨੂੰ ਔਰ ਮਿਨਿਸਟਰ ਸਾਹਿਬਾਨ ਹੋਰਨਾਂ ਨੂੰ ਵੀ ਮੈਂ ਪਾਰਲੀਮੈਂਟ ਦੇ ਅੰਦਰ ਵੀ ਇਹ ਮੰਗ ਰੱਖਣੀ ਹੈ ਕਿ ਸਾਡੇ ਜਿਹੜੇ ਖੁੱਸੇ ਪ੍ਰੋਜੈਕਟ ਨੇ, ਚਾਹੇ ਸੈਂਟਰ ਯੂਨੀਵਰਸਿਟੀ, ਚਾਹੇ ਏਮਸ ਦੀ ਗੱਲ ਕਰ ਲਈਏ, ਇੱਕ ਅੰਤਰਰਾਸ਼ਟਰੀ ਸਾਡੇ ਬਣਨਾ ਸੀ ਕ੍ਰਿਕਟ ਸਟੇਡੀਅਮ, ਉਹਦੀ ਗੱਲ ਕਰ ਲਈਏ, ਉਹਦੇ ਨਾਲ ਨਾਲ ਵਰਲਡ ਕਲਾਸ ਯੂਨੀਵਰਸਿਟੀ ਸਾਨੂੰ ਮਿਲੀ, SCZ ਸਾਨੂੰ ਮਿਲਿਆ, ਸਾਰਕ ਨੇਸ਼ਨ ਹਸਪੀਟਲ ਇੱਥੇ ਅਨਾਊਂਸ ਹੋਇਆ, ਤੇ ਇੱਕ ਚੰਗਾ ਹਸਪੀਟਲ ਦਰਿਆਓਂ ਪਾਰ ਕਿਉਂ ਨਹੀਂ ਹੈਗਾ PGI ਲੈਵਲ ਦਾ, ਏਮਸ ਲੈਵਲ ਦਾ। ਇਹਦੀ ਮੈਂ ਇੱਕ ਇਨਕੁਆਇਰੀ ਹਾਈ ਪਾਵਰ ਕਮੇਟੀ ਦੀ ਮੰਗ ਜ਼ਰੂਰ ਕਰਨੀ ਹੈ, ਚਾਹੇ ਉਹ ਇੱਕ ਪਾਰਲੀਮੈਂਟ ਦੀ ਕਮੇਟੀ ਬਣਾਈ ਜਾਏ ਵੀ ਜਿਹੜੇ ਪ੍ਰੋਜੈਕਟ ਇੱਥੋਂ ਗਏ ਆ ਉਹਨਾਂ ਦੀ ਇਨਕੁਆਇਰੀ ਕਰੋ, ਵੀ ਰੀਜ਼ਨ ਦੱਸਿਆ ਜਾਵੇ ਵੀ ਇਹ ਪ੍ਰੋਜੈਕਟ ਅੰਮ੍ਰਿਤਸਰ ਤੋਂ ਟਰਾਂਸਫਰ ਕਿਉਂ ਕੀਤੇ ਜਾਂਦੇ ਆ। 9 ਅੰਮ੍ਰਿਤਸਰ ਹੁੰਦੇ ਆ,
DPR ਅੰਮ੍ਰਿਤਸਰ ਦੇ ਨਾਂ ਨਾਲ ਬਣਦੀ ਹੈ, ਬਜਟ ਅੰਮ੍ਰਿਤਸਰ ਦੇ ਨਾਂ ਨਾਲ ਬਣਦਾ, ਪਰ ਜਦੋਂ ਫਾਈਨਲ ਗੱਲ ਆਉਂਦੀ ਹੈ ਉਦੋਂ ਇਹ ਪ੍ਰੋਜੈਕਟ ਜਿਹੜੇ ਆ ਅੰਮ੍ਰਿਤਸਰ ਤੋਂ ਕਿਉਂ ਖਿਸਕਾ ਦਿੱਤੇ ਜਾਂਦੇ ਨੇ। ਇਹਦੀ ਇਨਕੁਆਇਰੀ ਵੀ ਮੈਂ ਜ਼ਰੂਰ ਮੰਗ ਕਰਨੀ ਹੈ ਕਿ ਪੁਰਾਣੇ ਵੀ ਸਾਨੂੰ ਦੱਸਿਆ ਜਾਵੇ ਵੀ ਸਾਡੇ ਨਾਲ ਧੱਕਾ ਕਿਉਂ ਕਰਦੇ ਜੀ, ਸਾਨੂੰ ਰੀਜ਼ਨ ਦਿੱਤਾ ਜਾਏ। ਦਿੱਲੀ ਦੀਆਂ ਸਿੱਖ ਜਥੇਬੰਦੀਆਂ ਨਾਲ ਵੀ ਤੁਹਾਡੀ ਮੁਲਾਕਾਤ ਹੋਈ, ਇਹਨੂੰ ਲੈ ਕੇ ਤੁਸੀਂ ਕਹਿ ਰਹੇ ਕਿ ਪੂਰੇ ਨਾਲ? ਜੀ ਮੈਂ ਸਿੱਖ ਜਥੇਬੰਦੀਆਂ ਨੂੰ, ਮੈਂ ਸਾਰਿਆਂ ਨੂੰ ਬੇਨਤੀ ਕਰ ਰਿਹਾ, ਮੈਂ ਸਿਰਸਾ ਜੀ ਨੂੰ ਵੀ ਬੇਨਤੀ ਕੀਤੀ ਹੈ, ਮੈਂ GK ਸਾਹਿਬ ਨੂੰ ਮਿਲ ਕੇ ਆਇਆ, ਮੈਂ ਸਰਨਾ ਜੀ ਨੂੰ ਵੀ ਮਿਲ ਕੇ ਆਇਆ, ਉਹਦੇ ਨਾਲ ਹੋਰ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਕਈ ਐਸੋਸੀਏਸ਼ਨਾਂ ਨੇ, ਸਭਨਾਂ ਦੇ ਨਾਲ ਮੁਲਾਕਾਤ ਚੱਲ ਰਹੀ ਹੈ। ਔਰ ਜਿਹੜੇ MP ਮੇਰੇ ਦੋਸਤ ਨੇ, ਕੁਝ BJP ਦੇ ਨੇ, ਉਹ ਵੀ ਸਾਰੇ ਮਤਲਬ ਉਹਨਾਂ ਨੂੰ ਵੀ ਰਿਕੁਐਸਟ ਕਰ ਰਹੇ ਆ ਕਿ ਤੁਸੀਂ ਆਪਣੀ ਸਰਕਾਰ ਦੇ ਅੱਗੇ ਮੰਗ ਰੱਖੋ। ਔਰ ਸਾਡੀ ਤੁਹਾਡੇ ਚੈਨਲ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਅਗਲੇ ਸਾਲ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਆ ਰਿਹਾ, ਔਰ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਥਾਨ ਅੰਮ੍ਰਿਤਸਰ ਸਾਹਿਬ, ਤਪ ਸਥਾਨ ਬਾਬਾ ਬਕਾਲਾ ਜਿੱਥੋਂ ਇਹਨੇ ਗੁਜ਼ਰਨਾ ਸੀ। ਤੇ ਅਸੀਂ ਤੇ ਇਹ ਵੀ ਰਿਕੁਐਸਟ ਕਰ ਰਹੇ ਹਾਂ ਕਿ ਅੱਗੇ ਤੁਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ, ਅਸੀਂ ਧੰਨਵਾਦੀ ਹਾਂ ਤੁਹਾਡੇ। ਹੁਣ ਤੁਸੀਂ ਇਹ ਜਿਹੜਾ ਆ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਦੀ ਸ਼ਹਾਦਤ ਕਰਕੇ ਅੱਜ ਸਾਰਾ ਹਿੰਦੁਸਤਾਨ ਬਚਿਆ ਆ, ਉਹਨਾਂ ਨੂੰ ਸਮਰਪਿਤ ਹੋ ਕੇ ਇਹ ਹਾਈਵੇ ਉਹਨਾਂ ਦੇ ਕਰਕੇ ਹੀ ਤੁਸੀਂ ਸਾਨੂੰ ਟਪਾ ਦਿਓ, ਉਹ ਬਹੁਤ ਜ਼ਰੂਰੀ ਹੈ। ਅਸੀਂ ਇਹਦੀ ਗੁਹਾਰ ਵੀ ਇਹਨਾਂ ਨੂੰ ਲਾ ਰਹੇ ਹਾਂ ਕਿ ਇਹ ਬਹੁਤ ਅਹਿਮ ਹਿਸਟਰੀ ਦਾ ਇੱਕ ਮੀਲ ਪੱਥਰ ਸਾਬਤ ਹੋਊਗਾ ਜੇ ਤੁਸੀਂ ਸਾਨੂੰ ਬਣਾ ਕੇ ਦਿੰਦੇ ਜੀ। ਤੇ ਜੇ ਤੁਸੀਂ ਨਹੀਂ ਬਣਾ ਕੇ ਦਿੰਦੇ ਤਦ ਵੀ ਹਿਸਟਰੀ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਊਗਾ ਅੰਮ੍ਰਿਤਸਰ ਦੇ ਨਾ ਹੋਏ ਧੱਕੇ ਦਾ। ਪਰ ਮੈਨੂੰ ਆਸ ਹੈ ਕਿ ਮੈਂ ਅਜੇ ਇੰਨੀ ਬੇਆਸ ਨਹੀਂ ਹੋਇਆ, ਕਿ ਮੈਨੂੰ ਆਸ ਹੈ ਕਿਉਂਕਿ ਹਰ ਕੋਈ ਬੰਦਾ ਜਿਹੜਾ ਪੋਲੀਟੀਕਲ ਹੈ ਉਹਦਾ ਇੱਕ ਵਿਜ਼ਨ ਹੁੰਦਾ ਆ, ਤੇ ਇਹ ਸਾਡੀ ਗੱਲ ਜ਼ਰੂਰ ਸੁਣਨਗੇ। ਇੱਦਾਂ ਨਹੀਂ ਹੋ ਸਕਦਾ ਕਿ ਸਾਡੀ ਗੱਲ ਨਾ ਸੁਣਨ, ਤੇ ਆਸ ਵੀ ਆ ਕਿ ਇਹਦੇ ਤੇ ਰਿਵਿਊ ਵੀ ਜ਼ਰੂਰ ਕਰਨਗੇ। ਤੇ ਜਿਹੜੇ ਲੋਕ ਇਹਦੀ, ਮੇਰੇ ਤੋਂ ਇਲਾਵਾ ਵੀ, ਮੈਂ ਇਹ ਨਹੀਂ ਕਹਿ ਰਿਹਾ ਕਿ ਇਕੱਲਾ ਮੈਂ ਲੱਗਾ ਹਾਂ, ਮੇਰੇ ਨਾਲ ਦੇਖੋ ਸਾਡੇ ਰਾਜ ਸਭਾ ਮੈਂਬਰ ਨੇ ਉੱਥੋਂ BJP ਦੇ ਸ਼ਵੇਤ ਮਲਕੋਣੀ, ਉਹ ਵੀ ਲੱਗੇ ਨੇ, ਅਲੱਗ-ਅਲੱਗ ਪਾਰਟੀਆਂ ਦੇ ਲੀਡਰ ਸਾਹਿਬਾਨ ਲੱਗੇ ਨੇ ਸਾਰੇ। ਤੇ ਮੈਂ ਅਕਰੋਸ ਦਾ ਪਾਰਟੀ ਲਾਈਨ ਸਭਨਾਂ ਦਾ ਇਸ ਗੱਲ ਤੋਂ ਧੰਨਵਾਦ ਕਰਦਾ ਹਾਂ। ਪਰ ਮੈਨੂੰ ਦੁੱਖ ਹੈ ਇਸ ਗੱਲ ਦਾ, ਇੱਕ ਬਹੁਤ ਵੱਡਾ ਮੇਰੇ ਮਨ 'ਤੇ ਇੱਕ ਦੁੱਖ ਹੈ ਕਿ ਪੰਥਕ ਪਾਰਟੀ ਕਹਾਉਣ ਵਾਲੀ ਜਿਸ ਪਾਰਟੀ ਦਾ ਦਫ਼ਤਰ ਹੈੱਡਕੁਆਟਰ ਕਿਸੇ ਸ਼ੁਰੂਆਤ ਜਿਹੜੀ ਆ ਉਹ ਅੰਮ੍ਰਿਤਸਰ ਤੋਂ ਹੋਈ ਹੋਵੇ, ਅੱਜ ਉਹ ਪਾਰਟੀ ਦਾ 15 ਦਿਨਾਂ ਤੋਂ ਮਹੀਨੇ ਤੋਂ ਕੋਈ ਬਿਆਨ ਨਾ ਆਇਆ ਹੋਵੇ ਇਹਦੇ ਉੱਤੇ, ਔਰ ਬਿਆਨ ਬੀਬਾ ਜੀ ਦਾ ਉਲਟ ਆਇਆ ਹੋਵੇ ਕਿ ਇਹ ਅਸੀਂ ਕਰਤਾਰਪੁਰ ਸਾਹਿਬ ਤੋਂ ਤੁਹਾਨੂੰ ਇੱਕ ਸਪਰ ਲਾ ਦਾਂਗੇ। ਉਹ ਤਾਂ ਸਾਡੇ ਕੋਲ ਪਹਿਲਾ ਰੋਡ ਹੈਗਾ, ਸਾਨੂੰ ਉੱਤੇ ਕੀ ਤੁਸੀਂ ਦੇ ਰਹੇ। ਪਰ ਅਸੀਂ ਤਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਸੁਖਬੀਰ ਬਾਦਲ ਹੋਣਾ ਖੁਦ ਅਨਾਉਂਸ ਕੀਤਾ ਆ, ਜਿਹਦੀ ਕਿ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਹੈਗੀਆਂ ਨੇ, ਸੁਖਬੀਰ ਜੀ ਨੇ, ਖੱਟੜ ਜੀ ਨੇ ਔਰ ਨਿਤਿਨ ਗਡਕਰੀ ਜੀ ਨੇ ਖੜ ਕੇ ਅਨਾਉਂਸ ਕੀਤਾ ਵੀ ਅਸੀਂ ਦਿੱਲੀ ਅੰਮ੍ਰਿਤਸਰ ਐਕਸਪ੍ਰੈਸ-ਵੇ ਬਣਾ ਰਹੇ ਹਾਂ। ਅੱਜ ਉਹ ਪੰਥਕ ਪਾਰਟੀ ਜਿਹੜੀ ਹੈ ਉਹਨਾਂ ਦੇ ਪ੍ਰਧਾਨ ਜੀ ਨੂੰ ਅਸੀਂ ਲਿਖ ਕੇ ਬੇਨਤੀ ਕਰ ਚੁੱਕੇ ਕਿ ਤੁਸੀਂ ਆਪਣੀ ਸਥਿਤੀ ਸਪਸ਼ਟ ਕਰੋ। ਅੱਜ ਅੰਮ੍ਰਿਤਸਰ ਨਾਲ ਤੁਸੀਂ ਕਿੱਥੇ ਖੜੇ ਜੇ? ਕਿਉਂਕਿ ਤੁਹਾਡਾ 2 ਸਰਕਾਰਾਂ ਅੰਮ੍ਰਿਤਸਰ ਨੇ ਬਣਵਾਈਆਂ ਨੇ, ਮਾਝੇ ਨੇ ਤੁਹਾਡੀਆਂ ਬਣਵਾਈਆਂ ਨੇ। ਅੱਜ ਉਸ ਤੋਂ ਪਹਿਲਾਂ ਵੀ ਤੁਸੀਂ ਜਿੰਨੇ ਮੋਰਚੇ ਲਾਏ ਅੰਮ੍ਰਿਤਸਰ ਦੀ ਧਰਤੀ ਤੇ ਸ਼ੁਰੂ ਕੀਤੇ, ਜੋ ਘਾਣ ਹੋਇਆ ਸਾਡੇ ਅੰਮ੍ਰਿਤਸਰ ਦਾ ਹੋਇਆ, ਚਾਹੇ 84 ਦੀ ਗੱਲ ਕਰ ਲਓ, ਚਾਹੇ ਹਿੰਦੂ ਦਾ ਹੋਇਆ, ਚਾਹੇ ਸਿੱਖ ਦਾ ਹੋਇਆ, ਸਾਡੇ ਲੋਕ ਉੱਥੇ ਜਿਹੜੇ ਨੇ ਉਹਨਾਂ ਨੇ ਆਪਣਾ ਬਲੀਦਾਨ ਦਿੱਤੇ ਨੇ, ਕਿਸੇ ਵੀ ਰੂਪ 'ਚ ਕਹਿ ਦਿਓ। ਅੱਜ ਜਿੰਨੇ ਪ੍ਰੋਜੈਕਟ ਨੇ ਉਹ ਖਿਸਕ ਜਾਂਦੇ ਨੇ ਅੰਮ੍ਰਿਤਸਰ ਤੋਂ, ਤੇ ਆਪਾਂ ਚੁੱਪੀ ਸਾਧ ਲੈਂਦੇ ਆ, ਨਾ ਇਹਨਾਂ ਦਾ ਕੋਈ ਲੀਡਰ ਬਿਆਨ ਦੇਵੇ, ਨਾ ਇਹ ਬਿਆਨ ਦੇਣ। ਮੈਂ ਉਹਨਾਂ ਨੂੰ ਰਿਕੁਐਸਟ ਇਹ ਫਿਰ ਤੁਹਾਡੇ ਮਾਧਿਅਮ ਰਾਹੀਂ ਕਰਦਾ ਕਿ ਇਹਦੇ ਤੇ ਆਪਣੀ ਸਥਿਤੀ ਸਪਸ਼ਟ ਕਰੋ। ਕਿਆ ਤੁਸੀਂ ਜਿਹੜਾ ਕਰਤਾਰਪੁਰ ਸਾਹਿਬ ਤੋਂ ਸਾਨੂੰ ਸੜਕ ਲਾ ਕੇ ਦੇਣ ਦੀ ਗੱਲ ਕਰ ਰਹੇ ਬੀਬਾ ਹਰਸਿਮਰਤ ਕੌਰ ਬਾਦਲ, ਕਿਆ ਤੁਸੀਂ ਉੱਥੇ ਖੜਦੇ ਜੇ, ਜਾਂ ਤੁਸੀਂ ਸਿੱਧਾ ਹਾਈਵੇ ਜਿਹੜਾ ਆ ਉਹ ਅੰਮ੍ਰਿਤਸਰ ਤੱਕ ਲਿਆਉਣ ਤੇ ਉਸ ਬੰਨੇ ਖੜਦੇ ਜੇ, ਅੰਮ੍ਰਿਤਸਰ ਵਾਲੇ ਬੰਨੇ ਖੜਦੇ, ਜਾਂ ਅੰਮ੍ਰਿਤਸਰ ਦੇ ਅਗੇਂਸਟ ਖੜਦੇ ਜੇ? ਕਿਉਂਕਿ ਅੱਜ ਤੱਕ ਦੀ ਚੁੱਪੀ ਤੇ ਇਹੀ ਆ ਕਿ ਤੁਸੀਂ ਅੰਮ੍ਰਿਤਸਰ ਵਾਲੇ ਪੱਖ ਦੇ ਬੰਨੇ ਨਹੀਂ ਖੜੇ। ਇਹਦੇ 'ਚ ਇੱਕ ਗੱਲ ਕਰੀਏ ਤਾਂ ਪੰਜਾਬ ਦੇ ਜਿਹੜੇ ਟਰਾਂਸਪੋਰਟ ਮੰਤਰੀ ਨੇ, ਜਿਨ੍ਹਾਂ ਕੋਲ ਮਹਿਕਮਾ ਸਾਰਾ, ਉਹਨਾਂ ਦਾ ਕੀ ਕਹਿਣਾ ਇਹਦੇ ਬਾਰੇ? ਟਰਾਂਸਪੋਰਟ ਨਹੀਂ, ਇਹਦੇ ਆਪਣਾ PWD ਮਿਨਿਸਟਰ ਨੇ, ਹਾਂਜੀ, ਉਹਨਾਂ ਨਾਲ ਮੇਰੀ ਗੱਲ ਹੋਈ। ਉਹਨਾਂ ਨੇ, ਮੈਂ ਜਦੋਂ ਪਹਿਲੇ ਦਿਨ ਬਿਆਨ ਦਿੱਤਾ, ਉਹਨਾਂ ਨੇ ਵੀ ਉਹੀ ਬਿਆਨ ਦਿੱਤਾ ਜੋ ਬੀਬਾ ਹਰਸਿਮਰਤ ਕੌਰ ਦਾ ਬਿਆਨ ਹੈ, ਤੇ ਉਹਨਾਂ ਦਾ ਬਿਆਨ ਵੀ ਸੇਮ ਸੀ ਕਿ ਅਸੀਂ ਸਪਾਰ ਲਾ ਦੇਣਾ, 6 ਲੇਨ ਕਰ ਦੇਣਾ। ਅਸੀਂ ਉਹਦੀ ਵਿਰੋਧਤਾ ਕੀਤੀ। ਡਾਇਰੈਕਟ ਨਹੀਂ ਜਾਣਾ, ਇਨਡਾਇਰੈਕਟ। ਮੈਂ ਕਿਹਾ ਜੀ ਇਹ ਤੁਸੀਂ ਸਾਨੂੰ ਕਿਹੜੀ ਗੱਲ ਸਿਖਾ ਰਹੇ ਜੀ? ਪ੍ਰੋਜੈਕਟ ਤੇ ਮਿਲਿਆ ਅੰਮ੍ਰਿਤਸਰ ਦੇ ਨਾਂ ਨੂੰ, ਤੁਸੀਂ ਕਹਿੰਦੇ ਤੁਹਾਨੂੰ ਸਪਾਰ ਲਾ ਦੇਵਾਂਗੇ। ਇਹ ਤਾਂ ਗੱਲ ਨਹੀਂ ਕੋਈ ਬਣੀ। ਉਹ ਕਹਿੰਦੇ ਜੀ ਮੇਰਾ ਨਹੀਂ ਕੋਈ ਰੋਲ ਹੈਗਾ, MP ਸਾਹਿਬ ਇਹ ਕੇਂਦਰ ਨਾਲ ਗੱਲ ਕਰੋ। ਕੇਂਦਰ ਨੇ ਨਕਸ਼ਾ ਪਾਸ ਕੀਤਾ, ਕੇਂਦਰ ਦੀ ਨੇ DPR ਬਣਵਾਈ ਆ, ਉਹਨਾਂ ਦੀਆਂ ਪ੍ਰਾਈਵੇਟ ਕੰਪਨੀਆਂ ਆਈਆਂ ਜਿਨ੍ਹਾਂ ਨੇ ਸਾਰਾ ਕੁਝ ਕੀਤਾ। ਸੇਮ ਬਿਆਨ ਜਿਹੜਾ ਹੈ ਉਹ ਬੀਬਾ ਹਰਸਿਮਰਤ ਕੌਰ ਬਾਦਲ ਹੋਣਾ ਦਾ ਸੀ। ਮੈਂ ਉਹਨਾਂ ਨੂੰ ਰਿਕੁਐਸਟ ਕਰਨ ਦੀ ਕੋਸ਼ਿਸ਼ ਕੀਤੀ ਵੀ ਚਲੋ ਕੰਟੈਕਟ ਕਰਕੇ ਉਹਨਾਂ ਨੂੰ ਸਮਝਾਵਾਂ ਵੀ ਇਹ ਗਲਤ ਗੱਲ ਦਾ ਹੋ ਰਹੀ ਆ। ਸਾਡਾ ਤੇ ਅਲੱਗ ਜਿਹੜੀ ਜੇ ਨਕਸ਼ਾ ਦੇਖੋਗੇ এনवायरमेंट ਦੀ ਵੈਬਸਾਈਟ ਦੇ ਉੱਤੇ ਹੈਗਾ, ਪਰਪਲ ਕਲਰ ਦੀ ਲਾਈਨ ਸਿੱਧੀ ਆ ਰਹੀ ਹੈ ਜਿੱਤੇ ਸੁਖਬੀਰ ਜੀ ਹੋਣਾ ਪ੍ਰੈਸ ਕਾਨਫਰੰਸ ਕੀਤੀ 2016 'ਚ। ਅੱਜ ਉਹ ਲਾਈਨ ਜਿਹੜੀ ਹੈ ਉਹਨੂੰ ਦਰਕਨਾਰ ਕਰਕੇ ਤੁਸੀਂ ਇਹ ਗ੍ਰੀਨ ਲਾਈਨ ਬਣਾ ਦਿੰਦੇ ਜੇ, ਤੇ ਅੰਮ੍ਰਿਤਸਰ ਨੂੰ ਉਹਦੇ 'ਚੋਂ ਬਾਹਰ ਕੱਢ ਦਿੰਦੇ ਜੇ।
ਸੋ ਇਹਦੇ ਤੇ ਅਸੀਂ ਤੇ ਸੀਐਮ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਉਹ ਵੀ ਇਹ 'ਚ ਇੰਟਰਵੈਨ ਕਰਕੇ ਇਹ ਮਸਲਾ ਸਾਡਾ ਹੱਲ ਕਰਾਉਣ, ਕਿਉਂਕਿ ਐਤਕੀ ਜਿਹੜਾ ਦੇਖੋ ਅੰਮ੍ਰਿਤਸਰ ਨੇ ਬਹੁਤ ਹਰ ਜਗ੍ਹਾ ਤੇ ਪਾਕਿਸਤਾਨ ਨਾਲ ਜੰਗ ਹੋਵੇ, ਸਰਹੱਦੀ ਸੂਬਾ ਹੋਣ ਕਰਕੇ ਅੰਮ੍ਰਿਤਸਰ ਤੇ ਤਰਨਤਾਰਨ ਖਾਸ ਕਰ ਉਹਦੇ ਨਾਲ ਲੱਗਦੇ ਆ, ਤੇ ਤੁਸੀਂ ਵੇਖ ਲਓ ਕਿ ਉੱਥੇ ਅਸੀਂ ਹਮੇਸ਼ਾ ਹੀ ਲੋਕ ਜਿਹੜੇ ਆ ਦੇਸ਼ ਦੇ ਨਾਲ ਖੜ ਕੇ ਸਾਥ ਦਿੰਦੇ ਆ। 47 ਦੀ ਵੰਡ 'ਚ ਸਾਡਾ ਸੰਤਾਪ ਵੱਧ ਤੋਂ ਵੱਧ ਭੋਗਿਆ ਹੋਵੇ, ਜਿੱਥੇ ਪ੍ਰੋਜੈਕਟਾਂ ਦੀ ਲੋੜ ਹੋਵੇ ਉੱਥੇ ਸਾਡੇ ਨਾਲ ਧੱਕੇ ਕਰ ਦਿੱਤੇ ਜਾਣ। ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ ਲਈ ਉਨੀ ਕਿਸੇ ਗੌਰਮੈਂਟ ਨੇ ਮਤਲਬ ਪਹਿਲ ਨਹੀਂ ਕੀਤੀ ਜਿੰਨੀ ਕਰਨੀ ਚਾਹੀਦੀ ਹੈ ਅੰਤਰਰਾਸ਼ਟਰੀ 에ਅਰਪੋਰਟ ਚਲਾਉਣ ਨੂੰ। ਹਰ ਵਾਰ ਸਾਡੇ ਨਾਲ ਮਤਲਬ ਤਰਲੇ ਦੇ ਨਾਲ ਫਲਾਈਟਾਂ ਲਿਆਉਣੀਆਂ ਪੈਂਦੀਆਂ। ਹੁਣ ਅਸੀਂ ਕਹਿੰਦੇ ਆ ਸਾਰੇ ਪੰਜਾਬ ਦੀ ਤਰੱਕੀ ਕਰੋ, ਕਿਉਂਕਿ ਜਿਹੜਾ ਹੈੱਡ ਹੁੰਦਾ ਹੈ ਉਹਨੇ ਸਾਰੇ ਪੰਜਾਬ ਦਾ ਸੋਚਣਾ, ਉਹਨੇ ਇਕੱਲੇ ਅੰਮ੍ਰਿਤਸਰ ਦਾ ਨਹੀਂ ਸੋਚਣਾ। ਪਰ ਜਿਹੜੀਆਂ ਚੀਜ਼ਾਂ ਤੁਸੀਂ ਅੰਮ੍ਰਿਤਸਰ ਨੂੰ ਅਨਾਉਂਸ ਕਰਦੇ, ਜਿਹੜੀਆਂ ਅੰਮ੍ਰਿਤਸਰ ਨੂੰ ਦਿੱਤੀਆਂ ਜਾਂਦੀਆਂ ਨੇ, ਉਹ ਅੰਮ੍ਰਿਤਸਰ ਤੋਂ ਕਿ ਖੁੱਸ ਜਾਂਦੀਆਂ ਨੇ ਜੀ। ਉਹਦਾ ਇੱਕ ਰੀਜ਼ਨ ਅਸੀਂ ਸਿਰਫ ਪੁੱਛਦੇ ਹਾਂ ਵੀ ਉਹ ਸਾਨੂੰ ਦੱਸਿਆ ਜਾਵੇ। ਇਹਦੇ ਵਾਸਤੇ ਮੈਂ ਤੇ ਪਾਰਲੀਮੈਂਟ ਦੇ ਵਿੱਚ ਇਨਕੁਆਇਰੀ ਦੀ ਵੀ ਮੰਗ ਕਰਨੀ ਕਿ ਮੇਰੀ ਇਨਕੁਆਇਰੀ ਕਰਕੇ ਦੱਸੋ। ਸਾਨੂੰ ਘੱਟੋ ਘੱਟ 2 3 4 ਮੁਖੀ ਬੰਦੇ ਅੰਮ੍ਰਿਤਸਰ ਦੇ ਜਿਹੜੇ ਭਾਗ ਕੇ ਸਾਰੀਆਂ ਪਾਰਟੀਆਂ ਦੇ ਹੈੱਡਾਂ ਨੂੰ ਬਿਠਾਓ ਸਾਹਮਣੇ, ਜਿਹੜੇ ਲੀਡ ਕਰਦੇ ਨੇ ਸਾਡੇ ਅੰਮ੍ਰਿਤਸਰ ਨੂੰ ਜਾਂ ਮਾਝੇ ਨੂੰ ਜਾਂ ਤਰਨਤਾਰਨ ਗੁਰਦਾਸਪੁਰ, ਉਹਨਾਂ ਨੂੰ ਬਿਠਾ ਕੇ ਸਾਰਿਆਂ ਨੂੰ ਉਹਨਾਂ ਦੇ ਸਾਹਮਣੇ ਗੱਲ ਕਰੋ ਸਾਡੇ ਨਾਲ ਵੀ ਸਾਨੂੰ ਧੱਕਾ ਕਿਉਂ ਹੋਇਆ। ਬਿਲਕੁਲ ਇਹ ਸੀ ਮੇਰੇ ਨਾਲ ਗੁਰਜੀਤ ਔਜਲਾ, ਜਿਹੜੀ ਕਿ ਇਹਨਾਂ ਦਾ ਕਹਿਣਾ ਮੈਂ ਮੰਤਰੀਆਂ ਨਾਲ ਮੁਲਾਕਾਤ ਕਰਾਂਗਾ, ਜੇ ਨਹੀਂ ਗੱਲ ਮੰਨੀ ਤਾਂ ਮੈਂ ਪਾਰਲੀਮੈਂਟ ਧਰਨਾ ਲਾਣਾ, ਪੀਐਮਓ ਦੇ ਬਾਹਰ ਵੀ ਧਰਨਾ ਲਾ ਸਕਦੇ ਨੇ। ਅੰਮ੍ਰਿਤਸਰ ਵਾਸਤੇ ਹਾਈਵੇ ਬਣੇ ਤਾਂ ਅੰਮ੍ਰਿਤਸਰ ਤੱਕ ਆਉਣਾ ਚਾਹੀਦਾ। ਦਿੱਲੀ ਤੋਂ ਕੈਮਰਾਮੈਨ ਲਕਸ਼ਣ ਨਾਲ ਨਿਤਿਨ ਮਾਨ, दैनिक सवेरा टीवी। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648।